ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਰਪੋਰੇਟ ਬਨਾਮ ਮਨੁੱਖੀ ਸਰੋਕਾਰ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਇਸ ਸਮੇਂ ਜਿਹੜਾ ਗੈਰ ਬਰਾਬਰੀ ਦਾ ਮਾਮਲਾ ਬਹੁਤ ਹੀ ਭਖਦਾ ਜਾ ਰਿਹਾ, ਜੋ ਕਿ ਵੱਡੇ ਪੱਧਰ 'ਤੇ ਚੁੱਕਿਆ ਜਾ ਰਿਹਾ। ਜੇਕਰ ਗੱਲ ਕਰੀਏ ਤਾਂ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਵੀ ਜਿਹੜੇ ਗੈਰ ਬਰਾਬਰੀ ਨੂੰ ਲੈ ਕੇ ਇੱਕ ਆંકੜੇ ਜਾਰੀ ਕੀਤੇ ਗਏ ਨੇ। ਉੱਥੇ ਹੀ ਵਾਰ-ਵਾਰ ਜਿਹੜਾ ਹੈਗਾ ਇਸ ਗੱਲ ਦਾ ਜ਼ਿਕਰ ਹੋਇਆ, ਸਭ ਨੇ ਇਹ ਮਸਲਾ ਚੁੱਕਿਆ। ਅਸੀਂ ਜਾਣਨਾ ਚਾਹਾਂਗੇ ਗੈਰ ਬਰਾਬਰੀ ਦਾ ਇਹ ਮਾਮਲਾ ਕੀ ਹੈ, ਕਿਹੜੇ ਆંકੜੇ ਜਿਹੜੇ ਹੈਗੇ ਉਹਨਾਂ ਨੇ ਜਾਰੀ ਕੀਤੇ ਨੇ। ਅਸਲ ਦੇ ਵਿੱਚ ਦੁਨੀਆ ਦੇ ਵਿੱਚ ਮਨੁੱਖ ਦਾ ਸਭ ਤੋਂ ਬਿਹਤਰ ਸੁਪਨਾ ਕੀ ਹੁੰਦਾ? ਸੁਪਨਾ ਹੈ ਕਿ ਚੰਗੀ ਜ਼ਿੰਦਗੀ ਜਿਉਣਾ। ਚੰਗੀ ਜ਼ਿੰਦਗੀ ਜਿਉਣ ਦਾ ਮਤਲਬ ਹੈ ਕਿ ਇੱਕ ਦੂਜੇ 'ਤੇ ਜਿਹੜੀ ਅੰਤਰਨਿਰਭਰ ਦੁਨੀਆ ਜਿਹੜੀ ਹੈ ਉਹ ਇੱਕ ਦੂਜੇ ਨੂੰ ਸਪੋਰਟ ਕਰਦੀ ਦਿਖਾਈ ਦੇਣੀ ਚਾਹੀਦੀ ਹੈ। ਇੱਕ ਦੂਜੇ ਦੀ ਮਦਦਗਾਰ ਹੋਣੇ ਚਾਹੀਦੇ ਨੇ ਮਨੁੱਖ। ਜਿਵੇਂ ਸਾਡੇ ਹੈ ਗੁਰੂ ਨਾਨਕ ਸਾਹਿਬ ਦਾ ਸਰਬੱਤ ਦੇ ਭਲੇ ਦੀ ਗੱਲ ਹੈ। ਸਰਬੱਤ ਦੇ ਭਲੇ ਦਾ ਮਤਲਬ ਇਹ ਹੈ ਕਿ ਇੱਕ ਦੂਜੇ ਸਰਬੱਤ ਦੇ ਭਲੇ ਸਭ ਦਾ ਭਲਾ ਹੈ ਕਿ ਇੱਕ ਦੂਜੇ ਦੇ ਦੁੱਖ ਸੁੱਖ 'ਚ ਲੋਕ ਕੰਮ ਆਉਂਦੇ ਨੇ। ਪਰ ਜਿਹੜਾ ਕਾਰਪੋਰੇਟ ਦੇ ਵਿਕਾਸ ਦਾ ਮੌਜੂਦਾ ਮਾਡਲ ਹੈ, ਡਿਵੈਲਪਮੈਂਟ ਦਾ ਮਾਡਲ ਹੈ ਕਿ ਅਸੀਂ ਕਿਸ ਤਰੀਕੇ ਨਾਲ ਚਲਾਇਆ ਦੁਨੀਆ ਨੂੰ ਹੁਣ ਤੱਕ ਔਰ ਚਲਾਉਂਦੇ ਜਾ ਰਹੇ ਹਾਂ, ਉਹਦੇ 'ਚ ਜਿਹੜੇ ਵੱਖ-ਵੱਖ ਉਹਨਾਂ ਵੱਲੋਂ ਹੀ ਜਾਰੀ ਅੰਕੜੇ ਨੇ। ਮਤਲਬ ਇਹ ਕੋਈ ਹੋਰ ਨਹੀਂ ਹੈ ਕਿ ਕੋਈ ਦੂਜੀ ਧਿਰ ਜਾਰੀ ਕਰਦੀ ਹੈ ਜਾਂ ਕੁਛ। ਅਤੇ ਇੱਕ ਵਰਲਡ ਇਕਨੋਮਿਕ ਫੋਰਮ ਬਣਿਆ ਹੋਇਆ, ਸੰਸਾਰ ਆਰਥਿਕ ਮੰਚ ਹੈ, ਜਿਹਦੇ 'ਚ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ, ਵੱਡੇ ਵੱਡੇ ਜਿਹੜੇ ਸਰਕਾਰਾਂ ਦੇ ਈਵਨ ਮੁਖੀਆਂ ਤੱਕ ਲੋਕ ਜਾਂਦੇ ਨੇ ਉੱਥੇ ਗੱਲ ਕਰਨ ਦੇ ਲਈ। ਔਰ ਇੰਟਲੈਕਚੁਅਲ ਨੇ ਵੱਖ-ਵੱਖ ਫੀਲਡ ਦੇ, ਅਰਥ ਸ਼ਾਸਤਰੀ ਨੇ ਵੱਖ-ਵੱਖ ਫੀਲਡ ਦੇ, ਉਹਦੇ 'ਚ ਨੇ। ਤਾਂ ਉਹਨਾਂ ਸਮਿਆਂ ਦੇ ਵਿੱਚ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਆਰਥਿਕ ਤੌਰ 'ਤੇ, ਇੱਕ ਜੋ ਰਿਪੋਰਟਾਂ ਜਾਰੀ ਕਰਦੀਆਂ ਨੇ ਜਿਹੜੀਆਂ ਸੰਸਥਾਵਾਂ ਨੇ ਜੀ, ਉਹਨਾਂ 'ਚੋਂ ਇੱਕ ਸੰਸਥਾ ਗੈਰ ਸਰਕਾਰੀ ਸੰਸਥਾ ਆਕਸਫਾਮ, ਜਿਹੜੀ ਉਸ ਤੋਂ ਲਗਭਗ ਜਿਵੇਂ ਹੁਣ 17 ਜਨਵਰੀ ਨੂੰ ਉਹਦੀ ਮੀਟਿੰਗ ਸ਼ੁਰੂ ਹੋਈ ਸੀ ਅਤੇ ਉਦੋਂ ਇੱਕ ਦਿਨ ਪਹਿਲਾਂ ਉਹ ਜਾਰੀ ਕਰ ਦਿੰਦੀ ਹੈ ਕਿ ਆਹ ਹਾਲਾਤ ਨੇ ਦੁਨੀਆ ਦੇ ਉਸ ਪੱਧਰ ਦੇ ਉੱਤੇ। ਜਿਹੜੇ ਉਹ ਅੰਕੜੇ ਜਾਰੀ ਹੋਏ ਉਹਦੇ 'ਚ ਇਹ ਦਿਖਾਇਆ ਜਾ ਰਿਹਾ ਕਿ ਖਾਸ ਤੌਰ 'ਤੇ ਜਿਹੜਾ ਪਹਿਲਾਂ ਵੀ ਦੁਨੀਆ 'ਚ ਗੈਰ ਬਰਾਬਰੀ ਦਾ ਲੈਵਲ ਇੰਨਾ ਜ਼ਿਆਦਾ ਵੱਧ ਰਿਹਾ ਕਿ ਦੁਨੀਆ ਦੇ ਵਿੱਚ ਕਿੰਨੇ ਹੀ ਲੋਕ ਤਾਂ ਕਰੋੜਾਂ ਲੋਕ ਭੁੱਖ ਦੇ ਨਾਲ ਮਰ ਰਹੇ ਨੇ, ਦੂਜੇ ਲੋਕ ਅਯਾਸ਼ੀ ਕਰ ਰਹੇ ਨੇ। ਅਤੇ ਉਹ ਅਯਾਸ਼ੀ ਦੇ ਨਾਂ ਦੇ ਉੱਤੇ ਵਾਤਾਵਰਨ ਸੰਕਟ ਵੀ ਪੈਦਾ ਹੋ ਰਿਹਾ ਅਤੇ ਲੋਕਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ, ਬੇਰੁਜ਼ਗਾਰੀ ਪੈਦਾ ਹੋ ਰਹੀ ਹੈ, ਭੁੱਖਮਰੀ ਪੈਦਾ ਹੋ ਰਹੀ ਹੈ, ਅਤੇ ਉਸ ਪਾਸੇ ਵੱਲ ਸੋਚਿਆ ਨਹੀਂ ਜਾ ਰਿਹਾ। ਇਸ ਦੇ ਵਿੱਚ ਪਹਿਲੀ ਵਾਰ ਇੱਕ ਰਿਪੋਰਟ ਜਿਹੜੀ ਜਾਰੀ ਹੋਈ ਹੈ, ਉਹ ਰਿਪੋਰਟ ਇਹ ਜਾਰੀ ਹੋਈ ਹੈ ਜਿਹੜਾ ਮਤਲਬ ਕੁਛ ਲੋਕ ਨੇ, ਉਹ 100 ਤੋਂ ਵੱਧ 102 ਦੇ ਕਰੀਬ ਕੰਪਨੀਆਂ ਨੇ, ਕਾਰਪੋਰੇਟ ਘਰਾਣੇ ਨੇ, ਜਿਹੜੇ ਘਰਾਣਿਆਂ ਨੇ ਕੁਝ ਡਾਟਾ ਦੇ ਕੇ ਇਹ ਕੋਸ਼ਿਸ਼ ਕੀਤੀ ਹੈ ਕਿ ਪਿਛਲੇ 2 ਸਾਲ ਜਿਹੜੇ ਲੰਘੇ ਨੇ, ਜਿਹਦੇ 'ਚ ਆਪਾਂ ਕਹਿੰਦੇ ਕੋਵਿਡ ਦਾ ਮਾਮਲਾ ਹੈ। ਹਾਲਾਂਕਿ ਉਹਨੇ ਕੋਈ ਬਹੁਤ ਜ਼ਿਆਦਾ ਪੁਰਾਣਾ ਟਰੈਂਡ ਦਾ ਜ਼ਿਕਰ ਨਹੀਂ ਕੀਤਾ, ਰੁਝਾਨ ਉੱਧਰ ਹੀ ਹੈ। ਪਰ ਜਿਹੜਾ ਕੋਵਿਡ ਦਾ ਜਿਹੜਾ ਦੌਰ ਆਇਆ, ਕੋਵਿਡ ਦੇ ਦੌਰ ਦੇ ਵਿੱਚ ਇਹ ਹੋਇਆ ਕਿ ਲਗਭਗ ਮਤਲਬ ਕੁਝ ਘਰਾਣੇ ਇਹੋ ਜਿਹੇ ਨੇ, ਜੇ ਅਸੀਂ ਕਹੀਏ ਕਿ 142 ਇਹੋ ਜਿਹੇ ਹੋ ਗਏ ਨੇ ਪਰਿਵਾਰ ਜਿਹੜੇ ਨੇ, ਅਤੇ ਜਿਹੜੇ $15,000 ਹਰ ਸੈਕਿੰਡ ਦੇ ਵਿੱਚ ਅਤੇ $1.5 ਖਰਬ ਜਿਹੜੀ ਇਹ 2 ਸਾਲਾਂ ਦੇ ਵਿੱਚ ਉਹਨਾਂ ਨੇ ਵਾਧੂ ਆਮਦਨ ਪੈਦਾ ਕੀਤੀ ਹੈ, ਦੌਲਤ ਉਹਨਾਂ ਕੋਲ ਚਲੀ ਗਈ ਹੈ ਜੀ। ਅਤੇ ਦੂਜੇ ਪਾਸੇ ਇਸ ਪੱਧਰ 'ਤੇ ਲੋਕ ਨੇ ਕਿ ਲਗਭਗ 15 ਤੋਂ 16 ਕਰੋੜ ਲੋਕ ਹੋਰ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਗਏ ਨੇ। ਜਿਹੜੇ ਪਹਿਲਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਸੀ ਉਦੋਂ ਜ਼ਿਆਦਾ ਹੋਰ ਚਲੇ ਗਏ ਨੇ, ਜਿਨ੍ਹਾਂ ਨੂੰ ਰੋਜੀ ਰੋਟੀ ਦੀ ਵੀ ਜਿਹੜੀ ਸਮੱਸਿਆ ਇੱਕ ਹੱਦ ਤੱਕ ਆ ਗਈ ਹੈ। ਅਤੇ ਉਹਦੇ ਨਾਲ ਦੀ ਨਾਲ ਇਹ ਵੀ ਆ ਗਿਆ ਕਿ ਲਗਭਗ 28% ਲੋਕਾਂ ਦੀ ਨੌਕਰੀ ਚਲੀ ਗਈ ਹੈ, ਜਿਹਦੇ 'ਚੋਂ 2/3 ਔਰਤਾਂ ਨੇ ਜਿਨ੍ਹਾਂ ਦੀ ਰੋਜੀ ਰੋਟੀ ਚਲੀ ਗਈ ਹੈ। ਉਹ ਸਾਰੇ ਮਾਮਲੇ ਦੇ ਵਿੱਚ ਫਿਰ ਹੁੰਦਾ ਕੀ ਹੈ, ਅਤੇ ਜਦੋਂ ਤੁਹਾਡੀ ਰੋਜੀ ਰੋਟੀ ਚਲੀ ਜਾਂਦੀ ਹੈ ਬਾਕੀ ਹੈ, ਤਾਂ ਮੋੜਵੇਂ ਰੂਪ ਦੇ ਵਿੱਚ ਤੁਹਾਡੀ ਬਿਮਾਰੀ ਨਾਲ ਲੜਨ ਦੀ ਤਾਕਤ ਵੀ ਘਟਦੀ ਹੈ, ਬਾਕੀ ਦੀਆਂ ਚੀਜ਼ਾਂ ਵੀ ਘਟਦੀਆਂ ਨੇ, ਤਾਂ ਮੌਤਾਂ ਦੀ ਜਿਹੜੀ ਦਰ ਹੈ ਉਹ ਲਗਾਤਾਰ ਵੱਧ ਜਾਂਦੀ ਹੈ। ਔਰ ਇਹ ਹੋਣ ਲੱਗ ਗਿਆ ਕਿ ਹਰ 4 ਸਕਿੰਟ ਮਗਰ ਇੱਕ ਮੌਤ ਭੁੱਖਮਰੀ ਨਾਲ ਜਾਂ ਸਿਹਤ ਸਹੂਲਤ ਨਾ ਹੋਣ ਨਾਲ। 21,000 ਮੌਤਾਂ ਰੋਜ਼ਾਨਾ ਹੋ ਰਹੀਆਂ ਨੇ, ਇਸ ਕਰਕੇ ਕਿ ਉਹਨਾਂ ਬੰਦਿਆਂ ਕੋਲ ਜਾਂ ਇਲਾਜ ਕਰਾਉਣ ਦਾ ਸਾਧਨ ਨਹੀਂ ਹੈ ਅਤੇ ਜਾਂ ਫਿਰ ਖਾਣ ਨੂੰ ਨਹੀਂ ਹੈ, ਭੁੱਖਮਰੀ ਦੇ ਨਾਲ ਦੁਨੀਆ ਦੇ ਵਿੱਚ। ਇਹ ਬਹੁਤ ਚਿੰਤਾਜਨਕ ਇੱਕ ਅੰਕੜ ਮਤਲਬ ਸਾਡੇ ਸਾਹਮਣੇ ਅਲਾਰਮਿੰਗ ਤੱਥ ਪੇਸ਼ ਹੋ ਰਹੇ ਨੇ। ਇਹਦੇ ਬਾਵਜੂਦ ਵੀ ਜੇ ਮਨੁੱਖ ਕਹਿੰਦਾ ਅਸੀਂ ਮਨੁੱਖ ਹਾਂ ਜੀ, ਅਤੇ ਉਹ ਮਨੁੱਖ ਦੇ ਵਿੱਚ ਸੰਵੇਦਨਸ਼ੀਲਤਾ ਨਹੀਂ ਆ ਰਹੀ ਕਿ ਸਾਡੇ ਸਾਹਮਣੇ ਇਹ ਤੱਥ ਆਉਂਦੇ ਰਹਿਣ, ਦੁਨੀਆ ਦੇ ਵੱਡੇ ਫੋਰਮਾਂ 'ਤੇ ਆਉਂਦੇ ਰਹਿਣ,
ਤੇ ਉਹ ਕਿਸੇ ਵੀ ਚਰਚਾ 'ਚ ਨਾ ਆਉਣ, ਬਹੁਤ ਵੱਡੇ ਪੱਧਰ ਦੇ ਉੱਤੇ, ਮਨੁੱਖੀ ਪੱਧਰ ਦੇ ਉੱਤੇ, ਜਾਂ ਸੱਥਾਂ 'ਚ ਚਰਚਾ ਨਾ ਹੁੰਦੀ ਹੋਵੇ, ਜਾਂ ਪਾਰਟੀਆਂ 'ਚ ਚਰਚਾ ਨਾ ਹੁੰਦੀ ਹੋਵੇ, ਜਾਂ ਸਰਕਾਰੀ ਪੱਧਰ 'ਤੇ ਚਰਚਾ ਨਾ ਹੁੰਦੀ ਹੋਵੇ, ਜਾਂ ਕਲੱਬਾਂ 'ਚ ਚਰਚਾ ਨਾ ਹੁੰਦੀ ਹੋਵੇ, ਤਾਂ ਜਾਂ ਤਾਂ ਫਿਰ ਅਸੀਂ ਜਾਣਬੁੱਝ ਕੇ ਅਣਜਾਣ ਬਣਦੇ ਹਾਂ, ਜਾਂ ਸਾਡੇ ਬੌਧਿਕ ਲੈਵਲ ਵੈਸੇ ਹੀ ਨੀਚੇ ਚਲਾ ਗਿਆ, ਜਾਂ ਅਸੀਂ ਇਹ ਹੈ ਕਿ ਉਹ ਐਡੇ ਵੱਡੇ ਮੁੱਦੇ ਨਾਲ ਮੱਥਾ ਹੀ ਨਹੀਂ ਲਾਉਣਾ ਚਾਹੁੰਦੇ, ਸਾਡੀ ਸਮਰੱਥਾ ਨਹੀਂ ਕਿ ਆਪਾਂ ਕਾਹਨੂੰ ਇਸ ਪੰਗੇ ਦੇ ਵਿੱਚ ਪੈਣਾ, ਅਸੀਂ ਇੱਧਰ ਉੱਧਰ ਖੇਡ ਰਹੇ ਹਾਂ, ਪੈਰੀ ਫੈਰੀ 'ਤੇ ਮਤਲਬ ਖੇਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਜਿਹੜੇ ਅੰਕੜੇ ਸਾਡੇ ਸਾਹਮਣੇ ਪੇਸ਼ ਉਹ ਸਾਰੇ ਮਾਮਲੇ ਦੇ ਵਿੱਚ ਹੋ ਰਹੇ ਨੇ, ਉਹ ਬਹੁਤ ਇੱਕ ਇਹ ਦੱਸ ਰਹੇ ਨੇ ਭਵਿੱਖ ਦੇ ਵਿੱਚ ਕਿ ਜੇ ਇੱਧਰ ਨੂੰ ਜਾਏਗਾ ਤਾਂ ਜਿਹਦੇ 'ਚ ਇੰਨੇ ਵੱਡੇ ਲੋਕਾਂ ਦੇ ਵਿੱਚ ਸਮਾਜਿਕ ਅਨਰੈਸਟ ਵੀ ਹੋ ਸਕਦੀ ਹੈ, ਮਤਲਬ ਜਿਹੜੀ ਸਮਾਜਿਕ ਉਥਲ ਪੁਥਲ ਹੋਣੀ ਸੁਭਾਵਿਕ ਹੈ। ਜੇ ਬੰਦੇ ਮਰਨਗੇ, ਬਾਕੀ ਚੀਜ਼ਾਂ ਹੋਣਗੀਆਂ, ਤਾਂ ਉਹਦੇ ਨਾਲ ਨਾਰਾਜ਼ਗੀ ਅਤੇ ਬਾਕੀ ਚੀਜ਼ਾਂ ਆਉਣਗੀਆਂ। ਇਹ ਜਿਹੜਾ ਇੱਕ ਇਸ਼ੂ ਹੈ ਅੰਕੜਿਆਂ ਦੇ ਤੌਰ 'ਤੇ ਆਇਆ ਹੋਇਆ ਇਸ਼ੂ, ਜਿਹੜਾ ਆਕਸਫਾਰਮ ਅਤੇ ਦੂਜੀਆਂ ਸੰਸਥਾਵਾਂ ਦਾ, ਅਤੇ ਜਿਹੜੇ ਕੁਝ ਕਾਰਪੋਰੇਟ ਘਰਾਣੇ ਜਿਹੜੇ ਥੋੜ੍ਹੇ ਜਿਹੇ ਸੋਚਣ ਲੱਗੇ ਨੇ, ਐਤਕੀ ਪਹਿਲੀ ਵਾਰ ਇੱਕ ਵਾਰ ਹੋਇਆ ਜੀ, ਉਹਨਾਂ ਨੇ ਇੱਕ ਨਵਾਂ ਲੈਟਰ ਲਿਖਿਆ ਜਿਹਨੂੰ ਮਤਲਬ ਸਾਰਿਆਂ ਨੂੰ, ਇਕੱਲੇ ਉਹਨਾਂ ਨੂੰ ਨਹੀਂ, ਆਪਸ ਦੇ ਵਿੱਚ ਵੀ ਨਹੀਂ, ਜਿੰਨੇ ਵੀ ਉਹਨੂੰ ਅਟੈਂਡ ਕਰਦੇ ਬੰਦੇ ਨੇ, ਔਰ ਜਦੋਂ ਵੀ ਇਹ ਸੰਸਥਾ ਆਪਣੀ ਮੀਟਿੰਗ ਕਰਦੀ ਹੈ, ਐਤਕੀ ਤਾਂ ਕਿਉਂਕਿ ਕਰੋਨਾ ਕਰਕੇ ਸਿੱਧੀ ਨਹੀਂ ਹੋ ਰਹੀ, ਵਰਚੁਅਲ ਹੋ ਰਹੀ ਹੈ ਇਹ, ਜਿੱਥੇ ਜਿੱਥੇ ਬੈਠ ਕੇ ਹੋ ਰਹੀ ਹੈ, ਤਾਂ ਅੱਗੇ ਤਾਂ ਜਦੋਂ ਇਹ ਮੀਟਿੰਗ ਐਵੇਂ ਕਰਦੀ ਸੀ ਤਾਂ ਲੱਖਾਂ ਲੋਕ ਦੁਨੀਆ ਭਰ 'ਚੋਂ ਜਿਹੜੇ ਵਾਤਾਵਰਨਵਾਦੀ ਸੀ, ਜਿਹੜੇ ਇਸ ਪਾੜੇ ਨੂੰ ਗਲਤ ਸਮਝਦੇ ਸੀ, ਜਿਹੜੇ ਲੋਕਾਂ ਦੇ ਲਈ ਕੰਮ ਕਰਦੇ ਸੀ, ਉਹ ਲੱਖਾਂ ਲੋਕ ਜਾ ਕੇ ਵਿਰੋਧ ਕਰਦੇ ਸੀ ਬਾਹਰ ਕਿ ਤੁਸੀਂ ਕੀ ਕਰ ਰਹੇ ਹੋ, ਕਿਹੋ ਜਿਹੀਆਂ ਪਾਲਿਸੀਆਂ ਦੀ ਗੱਲ ਕਰ ਰਹੇ ਹੋ, ਅਤੇ ਤੁਸੀਂ ਲੋਕਾਂ ਨੂੰ ਬਰਬਾਦ ਕਰ ਰਹੇ ਹੋ, ਸਿੱਧੇ ਰਸਤੇ ਆਓ, ਪਾਲਿਸੀ ਬਦਲੋ। ਹੁਣ ਉਹ ਤਾਂ ਰੌਲਾ ਨਹੀਂ ਦਿਖਾਈ ਦੇ ਰਿਹਾ ਹਜੇ, ਕਿਉਂਕਿ ਇਸ ਮਾਮਲੇ 'ਚ, ਕਿਉਂਕਿ ਕਰੋਨਾ ਦੇ ਨਾਂ 'ਤੇ ਤੁਸੀਂ ਪਾਬੰਦੀਆਂ ਐਸੀਆਂ ਠੋਕਤੀਆਂ, ਉਹਨਾਂ ਨੂੰ ਤਾਂ ਘਰੋਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ, ਪਰ ਪਾਲਿਸੀ ਮੇਕਰ ਕਦੇ ਵਰਚੁਅਲ ਕਦੇ ਇਸ ਮਾਮਲੇ ਦੇ ਵਿੱਚ ਗੱਲ ਕਰ ਰਹੇ ਨੇ। ਇਸ ਕਰਕੇ ਬਹੁਤ ਬੜਾ ਸਵਾਲ ਸਾਡੇ ਉਹਦੇ 'ਤੇ ਹੈ, ਮਤਲਬ ਕਿਰਦਾਰ 'ਤੇ ਵੀ ਹੈ, ਸੋਚ ਸਮਝ 'ਤੇ ਵੀ ਹੈ ਕਿ ਕੀ ਅਸੀਂ ਉਹ ਗੱਲ ਚਰਚਾ ਵੀ ਕਰਦੇ ਹਾਂ ਜਾਂ ਨਹੀਂ। ਜੀ ਹਮੀਰ ਜੀ, ਇਸੇ ਦੌਰਾਨ ਇੱਕ ਵੱਡਾ ਮਸਲਾ ਉੱਠ ਕੇ ਆਉਂਦਾ ਟੈਕਸਾਂ ਦਾ, ਜਿਸ ਨੂੰ ਲੈ ਕੇ 102 ਅਰਬਪਤੀਆਂ ਵੱਲੋਂ ਵੀ ਜਿਹੜੀ ਹੈ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਉਹ ਚਿੱਠੀ 'ਚ ਉਹਨਾਂ ਨੇ ਕੀ ਜ਼ਿਕਰ ਕੀਤਾ। ਇਹ ਪਹਿਲੀ ਵਾਰ ਹੈ ਕਾਫੀ ਸਮੇਂ ਬਾਅਦ ਕਿ 102 ਜਾਂ 100 ਤੋਂ ਜ਼ਿਆਦਾ ਜਿਹੜੇ ਵੱਡੇ ਘਰਾਣੇ ਨੇ ਦੁਨੀਆ ਦੇ, ਅਮੀਰ ਘਰਾਣੇ, ਉਹਨਾਂ ਨੇ ਇਹ ਕਿਹਾ, ਇਹ ਮੰਨੇ ਆ ਗੱਲ ਕਿ ਇਸ ਸਮੇਂ ਦੌਰਾਨ ਸਾਡੀ ਦੌਲਤ ਬਹੁਤ ਵਧੀ ਹੈ। 2 ਸਾਲਾਂ ਦੇ ਦੌਰਾਨ ਹੀ ਆ ਜਿਹੜੇ ਸਾਰੇ ਅੰਕੜੇ ਨੇ ਇਹਨੂੰ ਪ੍ਰਵਾਨ ਕੀਤਾ, ਅਤੇ ਉਹ ਦੌਲਤ ਜਿਹੜੀ ਵਧੀ ਹੈ ਇਸ ਪੱਧਰ ਦੇ ਉੱਤੇ, ਤਾਂ ਖਾਸ ਤੌਰ 'ਤੇ ਜਿਹੜਾ ਇਹ ਗੈਰ ਬਰਾਬਰੀ ਦਾ ਮਾਮਲਾ ਇੱਥੋਂ ਤੱਕ ਚਲਾ ਗਿਆ ਜੀ, ਉਹਨੂੰ ਥੋੜ੍ਹਾ ਜਿਹਾ ਚੈੱਕ ਕਰਨ ਦੇ ਵਾਸਤੇ, ਜਾਂ ਬਿਮਾਰੀ ਨੂੰ ਚੈੱਕ ਕਰਨ ਵਾਸਤੇ, ਜਾਂ ਰੋਜੀ ਰੋਟੀ ਨੂੰ ਚੈੱਕ ਕਰਨ ਵਾਸਤੇ, ਜਾਂ ਬਾਕੀ ਸਮੱਸਿਆਵਾਂ ਨੂੰ ਚੈੱਕ ਕਰਨ ਵਾਸਤੇ, ਕਿਉਂ ਨਾ ਕੋਈ ਵੈਲਥ ਟੈਕਸ ਲਾ ਦਿੱਤਾ ਜਾਵੇ, ਧਨ 'ਤੇ ਮਤਲਬ ਪੈਸੇ 'ਤੇ ਜਿਹੜਾ ਇੱਕ ਟੈਕਸ ਲਾ ਦਿੱਤਾ ਜਾਵੇ। ਇੱਦੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ, ਜਿਹੜਾ ਇਹ ਨਵਾਂ ਰਾਸ਼ਟਰਪਤੀ ਆਇਆ, ਇਹਨੇ ਵੀ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਜਿਹੜਾ ਧਨ 'ਤੇ ਵੈਲਥ 'ਤੇ ਜੇ ਟੈਕਸ ਲਾਇਆ ਜਾਵੇ ਤਾਂ ਫਾਰ ਦੀ ਟਾਈਮਿੰਗ ਕੋਈ ਉਹ ਹੋ ਸਕਦਾ। ਚੀਨ ਨੇ ਵੀ ਵੈਲਥ ਟੈਕਸ ਦੀ ਗੱਲ ਕੀਤੀ ਸੀ। ਇਹ 102 ਘਰਾਣਿਆਂ ਨੇ ਜਿਹੜੀ ਇੱਕ ਵੈਲਥ ਟੈਕਸ ਦੀ ਗੱਲ ਕੀਤੀ ਹੈ, ਜਿਹੜੀ ਦੌਲਤ 'ਤੇ ਟੈਕਸ ਲਾਉਣ ਦਾ ਸਵਾਲ ਹੈ, ਇਹਦੇ 'ਚ ਵੀ ਇਹ ਵੀ ਉਹ ਇੱਕੋ ਟਾਈਮ ਚਾਹੇ ਲਾ ਦਿੱਤਾ ਜਾਏ, ਮਤਲਬ ਇੱਕ ਟਾਈਮ ਵਾਸਤੇ ਜੀ। ਸਪੋਜ਼ ਕਰੋ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ 2% ਤੋਂ ਲੈ ਕੇ ਜਿਹਦੇ ਕੋਲ $50 ਲੱਖ ਦੀ ਇੱਕ ਆਮਦਨ ਹੈ, ਮਤਲਬ ਉਦੋਂ ਬਾਅਦ ਖਰਬਪਤੀਆਂ ਤੱਕ ਜਾਂਦੇ ਜਾਂਦੇ 2 ਤੋਂ 5%, 2 ਤੋਂ ਸ਼ੁਰੂ ਕਰਕੇ 5% ਤੱਕ ਇੱਕ ਟੈਕਸ ਲਾ ਦਿੱਤਾ ਜਾਏ, ਕਾਰਪੋਰੇਟ ਟੈਕਸ, ਤਾਂ ਉਹਦੇ ਨਾਲ ਜਿਹੜੀ ਆਮਦਨ ਹੋਏਗੀ ਜੀ, ਉਹ ਆਮਦਨ ਲਗਭਗ $2.5 ਖਰਬ ਤੱਕ ਪਹੁੰਚ ਜਾਊਗੀ। ਉਹ ਜਿਹੜਾ ਮਾਲੀਆ ਇਕੱਠਾ ਹੋਏਗਾ ਦੁਨੀਆ ਦੇ ਵਿੱਚ, ਉਹਦੇ ਨਾਲ ਉਹ ਕਹਿੰਦੇ ਨੇ ਕਿ 2 ਅਰਬ 30 ਕਰੋੜ ਜੀ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ ਜਾ ਸਕਦਾ ਹੈ। ਉਹਨਾਂ ਦੀਆਂ ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਦੀ ਗਰੰਟੀ ਦਿੱਤੀ ਜਾ ਸਕਦੀ ਹੈ ਜੇ ਇਕੱਲਾ ਇੰਨਾ ਟੈਕਸ ਹੀ ਲਾ ਦਿੱਤਾ ਜਾਂਦਾ ਜੀ। ਹਾਲਾਂਕਿ ਬਹੁਤ ਵੱਡੇ ਪੱਧਰ 'ਤੇ ਹੋਰ ਉਹਨਾਂ ਨੇ ਕਮਾਇਆ ਉਦੋਂ ਜ਼ਿਆਦਾ ਇੰਨੇ ਨਾਲ ਵੀ, ਪਰ ਸਵਾਲ ਇਹ ਹੈ ਕਿ ਉਹ ਜਿਹੜੇ ਉਹਨਾਂ ਨੇ ਇੱਕ ਗੱਲ ਵੀ ਕੀਤੀ ਹੈ, ਇਹਦੇ 'ਤੇ ਕਦੇ ਕੋਈ ਅਖਬਾਰਾਂ ਜਾਂ TV ਭਰੇ ਨਹੀਂ ਦੇਖੇ ਗਏ ਜੀ, ਕਿ ਇਹਦੇ 'ਤੇ ਚਰਚਾ ਕਦੇ ਕਿਸੇ TV ਚੈਨਲ 'ਤੇ ਡਿਬੇਟ ਹੋ ਰਹੀ ਹੋਵੇ, ਜਾਂ ਕਿਸੇ ਅਖਬਾਰਾਂ 'ਤੇ ਡਿਬੇਟ ਹੋ ਰਹੀ ਹੋਵੇ, ਜਾਂ ਕਿਤੇ ਹੋਰ ਕੋਈ ਗੱਲ ਕੀਤੀ ਜਾ ਰਹੀ ਹੋਵੇ। ਉਹਦਾ ਕਾਰਨ ਇਹ ਹੈ ਕਿ ਕਾਰਪੋਰੇਟ ਦਾ ਜਿਹੜਾ ਬੜਾ ਵੱਡਾ ਹਿੱਸਾ ਹੈ, ਉਹ ਕਿਸੇ ਵੀ ਹਾਲਤ ਦੇ ਵਿੱਚ ਹੋਰ ਬੋਝ, ਮਤਲਬ ਆਪਣੇ ਵੱਲੋਂ ਜਿੰਨੀ ਦੌਲਤ ਵੀ ਉਹ ਕਮਾ ਰਿਹਾ ਹੈ, ਉਹਦੇ 'ਚੋਂ ਕੁਝ ਹਿੱਸਾ ਵੀ ਸਮਾਜ ਲਈ ਦੇਣ ਵਾਸਤੇ ਤਿਆਰ ਨਹੀਂ ਹੈ। ਬਿਲਕੁਲ,
ਜੇਕਰ ਉਹ ਤਿਆਰ ਹੋਵੇ ਤਾਂ ਉਹ ਪਬਲਿਕ ਡੋਮੇਨ ਦੇ ਵਿੱਚ ਆਵੇ। ਬਾਕੀ ਬਲਕਿ ਉਹ ਹਮੇਸ਼ਾ ਕੀ ਕਹਿੰਦਾ, ਜੇਕਰ ਆਪਾਂ ਦੇਖਦੇ ਹਾਂ ਵੀ ਅਸੀਂ ਤਾਂ ਮਾਰੇਂਗੇ, ਸਾਡਾ ਤਾਂ ਘਾਟਾ ਪੈ ਗਿਆ, ਸਾਡਾ ਤਾਂ ਟੈਕਸ ਰੇਟ ਹੋਰ ਦਿਓ। ਕਿਉਂਕਿ ਹੁਣ ਚਲਦੇ ਚਲਦੇ ਕੀ ਆਇਆ, ਸਾਡੇ ਦੇਸ਼ ਦੇ ਵਿੱਚ ਤਾਂ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 22% ਕੀਤਾ ਹੈ ਜੀ। ਹੁਣੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈ ਪ੍ਰਧਾਨ ਮੰਤਰੀ ਤਾਂ, ਜਾਂ ਪੂਰੀ ਸਰਕਾਰ, ਪ੍ਰਧਾਨ ਮੰਤਰੀ ਕੀ ਟੋਟਲ ਸਰਕਾਰ ਜਿਹੜੀ ਹੈ ਜੀ। ਦੁਨੀਆ ਦੇ 130 ਦੇਸ਼ਾਂ ਦੇ ਵਿੱਚ ਇੱਕ ਐਵਰੇਜ ਗੱਲ ਬਣ ਗਈ ਆ ਔਸਤਨ ਕਿ ਕਾਰਪੋਰੇਟ ਟੈਕਸ 15% ਤੇ ਕਰ ਦਿਓ ਜੀ, 15% ਹੋ ਜੇ ਇੰਨਾ ਵੀ ਬਹੁਤ ਹੈ। ਪਰ ਨਾਰਮਲੀ ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਕਾਰਪੋਰੇਟ ਤੇ ਜਿਹੜਾ ਟੈਕਸ ਐਗਜੈਕਟ ਲਾਇਆ ਜਾਂਦਾ ਉਹ ਵੀ ਆਨੇ ਬਹਾਨੇ ਇੱਧਰੋਂ ਉੱਧਰ ਕਰ ਦਿੱਤਾ ਜਾਂਦਾ, ਉਹ ਵੀ ਵਸੂਲਿਆ ਨਹੀਂ ਜਾਂਦਾ ਜਿੰਨਾ ਵੀ ਟੈਕਸ। ਤਾਂ ਟੈਕਸ ਫਿਰ ਕੌਣ ਦਿੰਦਾ ਹੈ ਇਸ ਸਾਰੇ ਮਾਮਲੇ 'ਚ? ਉਹ ਟੈਕਸ ਕੌਣ ਦੇਊਗਾ ਫਿਰ? ਮੱਧ ਵਰਗ ਤਾਂ ਆਮ ਲੋਕ। ਬਿਲਕੁਲ। ਆਮ ਲੋਕ ਕਿਵੇਂ ਦਿੰਦੇ ਨੇ ਟੈਕਸ, ਤੇ ਮੱਧ ਵਰਗ ਕਿਵੇਂ ਦਿੰਦਾ? ਫਿਰ ਇਨਡਾਇਰੈਕਟ ਟੈਕਸ ਹੋ ਜਾਂਦਾ, ਤੁਹਾਡਾ ਤੇਲ ਮਹਿੰਗਾ ਹੋ ਜੂ, ਰਸੋਈ ਗੈਸ ਮਹਿੰਗੀ ਹੋ ਜੂ, ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਜਿੰਨੀਆਂ ਕੱਪੜਾ ਲੱਤਾ ਜੋ ਚੀਜ਼ਾਂ ਨੇ ਉਹ ਮਹਿੰਗੀਆਂ ਹੋ ਜਾਣਗੀਆਂ। ਗੌਰਮੈਂਟਾਂ ਤਾਂ ਖਜ਼ਾਨਾ ਭਰਦੀਆਂ ਨੇ, ਖਜ਼ਾਨਾ ਫਿਰ ਉਹ ਜਿਹੜਾ ਪਹਿਲਾਂ ਹੀ ਮਰਿਆ ਪਿਆ ਬੰਦਾ, ਜਿਹੜਾ ਪਹਿਲਾਂ ਹੀ ਜੌਬ ਘਾਟੇ 'ਚ ਹੈ, 99% ਲੋਕ ਜਿਹੜੇ ਨੇ ਜਿਹਦੀ ਆਮਦਨ ਘਟੀ ਹੈ, ਤੇ ਇਹਦੇ 'ਚ ਉਹ ਕਹਿੰਦੇ ਨੇ ਬਾਕੀ ਦੁਨੀਆ 84% ਦੀ ਆਮਦਨ ਘਟੀ ਹੈ, ਸਾਡੇ ਵਰਗੇ ਦੇਸ਼ 'ਚ ਤਾਂ 99% ਦੀ ਆਮਦਨ ਜਿਹੜੀ ਘਟੀ ਹੈ, ਤਾਂ ਉਹਦੇ ਤੇ ਟੈਕਸ ਦਾ ਬੋਝ ਹੋਰ ਪੈ ਜਾਂਦਾ ਜੀ। ਉਹਨਾਂ ਦੀਆਂ ਕੋਵਿਡ ਦੇ ਵਿੱਚ ਤਨਖਾਹਾਂ ਵੀ ਘਟ ਗਈਆਂ, ਉਹਨਾਂ ਦੀਆਂ ਕੋਵਿਡ ਦੇ ਵਿੱਚ ਮਤਲਬ ਖਰਚੇ ਵੱਧ ਗਏ ਨੇ ਕਈ ਮਾਮਲਿਆਂ ਦੇ ਵਿੱਚ, ਪਰ ਹੋਰ ਟੈਕਸ ਵੀ ਉਹਨਾਂ ਨੂੰ ਝੱਲਣਾ ਪੈ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਜਿਹੜਾ ਇੱਕ ਵਰਤਾਰਾ ਚੱਲ ਰਿਹਾ ਹੈ, ਇਹ ਵਰਤਾਰਾ ਮਾਨਵੀ ਵਰਤਾਰਾ ਨਹੀਂ ਹੈ, ਮਨੁੱਖੀ ਵਰਤਾਰਾ ਨਹੀਂ ਹੈ, ਮਨੁੱਖੀ ਸੋਚ 'ਤੇ ਨਿਰਭਰ ਵਰਤਾਰਾ ਨਹੀਂ ਹੈ। ਇਹ ਨਿਰੋਲ, ਕਿਉਂਕਿ ਕਾਰਪੋਰੇਟ ਦੇ ਡਿਵੈਲਪਮੈਂਟ ਦਾ ਮਾਡਲ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਨੂੰ ਹੀ ਤਰਜੀਹ ਦਿੰਦਾ। ਬੰਦੇ ਮਰਦੇ ਨੇ, ਬੰਦੇ ਦੁੱਖ 'ਚ ਨੇ, ਬੰਦੇ ਤਕਲੀਫ 'ਚ ਨੇ, ਇਹ ਉਹਨਾਂ ਦਾ ਹਿੱਸਾ ਹੀ ਨਹੀਂ ਹੈ ਉਹ ਸਾਰੇ ਮਾਮਲੇ 'ਚ। ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਬੜੀ ਵਾਰ ਜਦੋਂ ਜਿਹੜਾ ਕਿਸਾਨ ਅੰਦੋਲਨ ਦਾ ਵੀ ਜਾਂ ਬਾਕੀ ਦਾ ਵੀ ਸੀ, ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਦੇ ਖਿਲਾਫ ਇੱਕ ਲੋਕਾਂ 'ਚ ਗੁੱਸਾ ਤਾਂ ਪਿਆ। ਬਿਲਕੁਲ। ਤੇ ਉਹ ਗੁੱਸਾ ਵੱਖ-ਵੱਖ ਰੂਪ ਦੇ ਵਿੱਚ ਅਜੇ ਦੁਨੀਆ ਪੱਧਰ ਦੇ ਉੱਤੇ ਨਿਕਲਦਾ। ਸ਼ਾਇਦ ਉਹ ਨੋਮ ਚੋਮਸਕੀ ਵਰਗੇ ਬੰਦੇ ਜਦੋਂ ਕਿਸਾਨ ਅੰਦੋਲਨ ਨੂੰ ਰੋਸ਼ਨੀ ਦਾ ਚਾਨਣ ਮਨਾਰਾ ਕਹਿੰਦੇ ਸੀ, ਉਹ ਇਸੇ ਗੱਲ ਕਰਕੇ ਕਹਿੰਦੇ ਸੀ ਕਿ ਸਮਝਦਾਰੀ ਉੱਥੇ ਤੱਕ ਪਹੁੰਚ ਗਈ ਕਿ ਉਹ ਉਸ ਗੱਲ ਨੂੰ ਧਿਆਨ 'ਚ ਰੱਖਣ ਲੱਗੇ ਕਿ ਸਮੱਸਿਆ ਕਿੱਥੇ ਹੈ ਇਸ ਮਾਮਲੇ 'ਚ। ਔਰ ਇਹ ਜਿਹੜਾ ਇੱਕ ਪ੍ਰੋਗਰੈਸਿਵ ਟੈਕਸ ਲਾਉਣ ਦਾ ਜਿਹੜਾ ਸਵਾਲ ਹੈ, ਨਾਰਮਲੀ ਪ੍ਰੋਗਰੈਸਿਵ ਟੈਕਸ ਉਹਨੂੰ ਹੀ ਕਿਹਾ ਜਾਂਦਾ ਹੈ ਜੇ ਸਮਾਜ ਨੇ ਬਿਹਤਰ ਤਰੀਕੇ ਨਾਲ ਚੱਲਣਾ ਹੈ, ਕਿ ਜਿਹੜਾ ਜਿੰਨਾ ਜ਼ਿਆਦਾ ਭਾਰ ਚੱਕ ਸਕਦਾ ਉਹ 'ਤੇ ਉਨਾ ਕੁ ਜ਼ਿਆਦਾ ਪਾ ਦਿਓ, ਜਿਹੜਾ ਘੱਟ ਚੱਕ ਸਕਦਾ ਉਹਦੇ 'ਤੇ ਘੱਟ ਪਾਓ। ਜਿਹਦੀ ਜਿੰਨੀ ਜ਼ਿਆਦਾ ਆਮਦਨ ਹੈ ਉਹਨੂੰ ਤੋਂ ਜ਼ਿਆਦਾ ਵਸੂਲ ਲਓ, ਜਿੰਨੀ ਘੱਟ ਹੈ ਉਨੀ ਘੱਟ ਵਸੂਲ ਲਓ। ਜੇ ਇਹ ਅਸੂਲ ਲਾਗੂ ਹੋ ਜੇ ਫਿਰ ਤਾਂ ਕੋਈ ਸਮੱਸਿਆ ਨਹੀਂ ਹੈ, ਫਿਰ ਤਾਂ ਉਸ ਲਈ। ਪਰ ਸਾਡੇ ਦੇਸ਼ 'ਚ ਤਾਂ ਕਿਤੇ ਗੱਲ ਨਹੀਂ ਸੁਣੀ, ਕਿਤੇ ਵੀ ਕਿਸੇ ਪੋਲੀਟੀਕਲ ਲੀਡਰ ਦੇ ਮੂੰਹੋਂ ਸੁਣੀ ਹੋਵੇ, ਕਿਸੇ ਬਾਕੀ ਦੇ ਮੂੰਹੋਂ ਸੁਣੀ ਹੋਵੇ ਕਿ ਕਾਰਪੋਰੇਟ 'ਤੇ ਵੱਧ ਟੈਕਸ ਲਾਉਂਦੇ ਆ। ਇਸ ਕਰਕੇ ਇਹ ਜੇ ਸਾਡੀਆਂ 5 ਰਾਜਾਂ ਦੀਆਂ ਚੋਣਾਂ ਹੋ ਰਹੀਆਂ ਨੇ, ਜੇ ਉਹਦੇ 'ਚ ਏਜੰਡਾ ਨਹੀਂ ਹੈ ਟੈਕਸ ਪ੍ਰਣਾਲੀ ਗਰੀਬ 'ਤੇ ਜਾਂ ਬਾਕੀ 'ਤੇ, ਕੀ ਕਰੋਗੇ ਇਹਦੇ 'ਚ? ਕਿਵੇਂ ਵਿਉਂਤਬੰਦੀ ਕਰੋਗੇ? ਦੂਜੇ 'ਤੇ ਜ਼ਿਆਦਾ ਲਾਓਗੇ ਜਾਂ ਨਹੀਂ? ਟੈਕਸ ਕਿਹਦੇ 'ਤੇ ਕਿੰਨਾ ਲਾਉਣਾ, ਇਹ ਤਾਂ ਸਾਡੇ ਕੁਐਸਚਨ ਹੀ ਜ਼ੀਰੋ ਡਿਸਕਸ ਹੋ ਰਿਹਾ ਸਾਡੀ ਇਸ ਸਾਰੇ ਮਾਮਲੇ 'ਚ। ਤਾਂ ਉਹ ਲੋਕ ਮਨੁੱਖੀ ਜ਼ਿੰਦਗੀ ਵਧੀਆ ਕਿਵੇਂ ਬਣਾਉਣਗੇ, ਸੂਬਿਆਂ ਨੂੰ ਵਧੀਆ ਕਿਵੇਂ ਬਣਾਉਣਗੇ, ਇਹ ਬਹੁਤ ਵੱਡਾ ਸਵਾਲ ਹੈ, ਸਵਾਲੀਆ ਨਿਸ਼ਾਨ ਹੈ ਸਾਡੇ ਸਾਹਮਣੇ ਜੀ। ਹਮੀਰ ਜੀ, ਜਦੋਂ ਦੁਨੀਆ ਦੇ 100 ਤੋਂ ਵੱਧ ਅਮੀਰ ਘਰਾਣੇ ਟੈਕਸ ਵਧਾਉਣ ਦੀ ਗੱਲਾਂ ਕਰਦੇ ਨੇ, ਤੇ ਜੇਕਰ ਗੱਲ ਕਰੀਏ ਭਾਰਤ ਦੇ ਅਮੀਰ ਘਰਾਣਿਆਂ ਦੀ, ਤਾਂ ਉੱਥੇ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ, ਅਮੀਰ ਘਰਾਣੇ ਨੇ, ਉਹ ਹਮੇਸ਼ਾ ਇਹਨਾਂ ਟੈਕਸ ਵਧਾਉਣ ਦਾ ਲਗਾਤਾਰ ਵਿਰੋਧ ਕਰਦੇ ਨੇ। ਉਹਨਾਂ ਦੀ ਦਲੀਲ ਇੱਕੋ ਹੁੰਦੀ ਹੈ ਵੀ ਕਿ ਟੈਕਸ ਵਧਾਉਣ ਨਾਲ ਦੇਸ਼ ਦੀ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਹ ਘਟ ਜਾਏਗੀ, ਉਹ 'ਚ ਕਈ ਤਰ੍ਹਾਂ ਦੀ ਕਮੀਆਂ ਦਾ ਸਾਹਮਣਾ ਕਰਨਾ ਪੈ ਸਕਦਾ, ਹੋਰ ਕਈ ਤਰ੍ਹਾਂ ਦੀ ਉਹ ਦਲੀਲਾਂ ਦਿੰਦੇ ਨੇ, ਜਿਹਦਾ ਦੇਸ਼ ਦੇ ਸਿਆਸਤਦਾਨ ਵੀ ਸਮਰਥਨ ਕਰਦੇ ਨੇ ਤੇ ਉਹਨਾਂ ਦੀ ਗੱਲ ਮੰਨਦੇ ਨੇ। ਇਸ 'ਚ ਕਿੰਨੀ ਕੁ ਸੱਚਾਈ ਦਿਖਦੀ ਹੈ? ਨਾ ਕੇਵਲ ਕਾਰਪੋਰੇਟ ਕਹਿ ਰਿਹਾ ਹੈ, ਉਹਨਾਂ ਦੇ ਖਰੀਦਦਾਰ ਜਾਂ ਉਸ ਲੈਵਲ ਦੀ ਸਮਝ ਰੱਖਣ ਵਾਲੇ ਅਰਥ ਸ਼ਾਸਤਰੀ ਵੀ ਪੂਰਾ ਜ਼ੋਰ ਲਾਉਂਦੇ ਨੇ ਟੈਲੀਵਿਜ਼ਨ ਚੈਨਲਾਂ 'ਤੇ, ਅਖਬਾਰਾਂ 'ਚ ਆਰਟੀਕਲ ਲਿਖ ਕੇ। ਤੇ ਸਿਆਸਤਦਾਨ ਤਾਂ ਕਠਪੁਤਲੀ ਹੈ। ਅਸਲ 'ਚ ਸਾਡਾ ਸਿਆਸਤਦਾਨ ਤੇ ਵੈਸਟ ਦੇ ਸਿਆਸਤਦਾਨ 'ਚ ਫਿਰ ਵੀ ਇੱਕ ਫਰਕ ਹੈ, ਉੱਥੇ ਵੀ ਉਹ ਕਾਰਪੋਰੇਟ ਦੇ ਕੰਟਰੋਲ 'ਚ ਕਾਫੀ ਹੱਦ ਤੱਕ ਹੈ, ਪਰ ਜਿਹੜਾ ਫਿਰ ਵੀ ਉੱਥੇ ਇੱਕ ਜਨਤਕ ਰਹੇ ਹੈ, ਪਬਲਿਕ ਓਪੀਨੀਅਨ ਹੈ, ਜਾਂ ਲੋਕਾਂ ਦੇ ਜਿਹੜੇ ਹੱਕ ਹਕੂਕ ਨੇ, ਉਹ ਸਿਵਲ ਸੁਸਾਇਟੀ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਜਿਹੜਾ ਉੱਥੋਂ ਦਾ ਸਿਆਸਤਦਾਨ ਹੈ ਉਹ ਬੰਧੂਆਂ ਦੀ ਤਰ੍ਹਾਂ ਕੰਮ ਨਹੀਂ ਕਰਦਾ। ਸਾਡਾ ਸਿਆਸਤਦਾਨ ਤਾਂ ਰੋਲ ਕਾਰਪੋਰੇਟ ਦੇ ਕਬਜ਼ੇ ਦੇ ਵਿੱਚ ਹੈ। ਲੋਕ ਜੋ ਮਰਜ਼ੀ ਕਹੀ ਜਾਣ ਤੇ ਉਹ ਕਾਰਪੋਰੇਟ ਦੇ ਪਾਸੇ ਖੜਾ ਦਿਖਾਈ ਦਿੰਦਾ ਹੈ ਪ੍ਰੈਕਟੀਕਲ ਰੂਪ ਦੇ ਵਿੱਚ। ਔਰ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪਾਰਟੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਜੀ, ਮੇਜਰ ਤੌਰ 'ਤੇ। ਔਰ ਜੇ ਸਾਡੇ ਕਹਿੰਦੇ ਵੀ ਨੇ, ਮਤਲਬ ਕਾਂਗਰਸ ਪਾਰਟੀ ਜਾਂ ਕੁਝ ਕਹਿੰਦੇ ਨੇ, ਰਾਹੁਲ ਗਾਂਧੀ ਨੇ ਕੁਛ ਗੱਲਾਂ ਕਈ ਵਾਰ ਕੀਤੀਆਂ ਨੇ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਇਹ ਆਪਣੇ 2-3 ਚਹੇਤਿਆਂ ਨੂੰ ਸਭ ਕੁਝ ਲੁਟਾ ਦੇਣਾ ਚਾਹੁੰਦੀ ਹੈ ਜੀ। ਉਹ ਇੱਕ ਗੱਲ ਹੈ,
ਪਰ ਨਾਲ ਦੀ ਨਾਲ ਇਹ ਹੈ ਕਿ 2-3 ਚਹੇਤਿਆਂ ਨੂੰ ਜੇ ਨਾ ਲਟਾਵੇ, ਸਾਰਿਆਂ ਨੂੰ ਲਟਾ ਦੇ ਬਾਕੀਆਂ ਨੂੰ, ਫਿਰ ਠੀਕ ਹੈ। ਇੱਕ ਪਾਲਿਸੀ ਲੈਵਲ ਦਾ ਸਵਾਲ, ਕੀ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਵਿੱਚ ਤੇ ਕੋਈ ਚੈੱਕ ਐਂਡ ਬੈਲੈਂਸ ਹੋਣੇ ਚਾਹੀਦੇ ਨੇ। ਚੈੱਕ ਐਂਡ ਬੈਲੈਂਸ ਦਾ ਮਤਲਬ ਹੈ ਕਿ ਗੌਰਮੈਂਟਾਂ ਬਫਰ ਦਾ ਕੰਮ ਕਰਦੀਆਂ ਨੇ। ਉਹ ਇਹ ਕਹਿੰਦੀਆਂ ਨੇ ਕਿ ਇੱਕ ਹੱਦ ਤੋਂ ਜ਼ਿਆਦਾ ਇੱਕੋ ਧਿਰ ਨਹੀਂ ਲੁੱਟ ਕੇ ਲੈ ਜਾਊਗੀ ਅਤੇ ਅਸੀਂ ਸਮਾਜ ਚਲਾਉਣਾ ਹੈ, ਸਮਾਜ ਦੇ ਲੋਕਾਂ ਦਾ ਖਿਆਲ ਰੱਖਣਾ ਹੈ, ਉਹਨਾਂ ਦੀ ਰੋਜੀ ਰੋਟੀ ਦਾ ਖਿਆਲ ਰੱਖਣਾ ਹੈ, ਉਹਨਾਂ ਦੀ ਸਿਹਤ ਦਾ, ਉਹਨਾਂ ਦੀ ਪੜ੍ਹਾਈ ਦਾ, ਪੂਰੇ ਵਾਤਾਵਰਨ ਦਾ, ਪੂਰੀ ਜ਼ਿੰਦਗੀ ਦਾ। ਜੀ, ਇਸ ਪਾਸੇ ਵੱਲ ਸਾਡੇ ਜਿਹੜਾ ਰੁਝਾਨ ਹੈ ਸਿਆਸਤ ਦਾ ਜਾਂ ਵਿਚਾਰਾਂ ਦਾ ਜਾਂ ਮੈਨੀਫੈਸਟੋਆਂ ਦਾ ਜਾਂ ਏਜੰਡੇ ਦਾ, ਉਹ ਕਿਤੇ ਦਿਖਾਈ ਨਹੀਂ ਦੇ ਰਿਹਾ, ਜਿਹਦੇ ਕਰਕੇ ਸਭ ਤੋਂ ਜ਼ਿਆਦਾ ਖਤਰਨਾਕ ਪਹਿਲੂ ਹੈ। ਇਹ ਕੰਮ ਸਿਵਲ ਸੁਸਾਇਟੀ ਜਾਂ ਬਾਕੀ ਦੇ ਲੋਕ ਜਿੰਨਾ ਚਿਰ ਨਹੀਂ ਕਰਨਗੇ, ਜਿੰਨਾ ਚਿਰ ਜਾਗਰੂਕਤਾ ਦਾ ਲੈਵਲ ਅਪ ਨਹੀਂ ਹੋਏਗਾ, ਜਿੰਨਾ ਚਿਰ ਵੋਟ ਇਹਦੇ 'ਤੇ ਕੱਟੀ ਜਾਣੀ ਜਾਂ ਪੈਣੀ ਇਹ ਸ਼ੁਰੂ ਨਹੀਂ ਹੋਏਗੀ, ਲੋਕਾਂ ਦਾ ਲੈਵਲ ਇਹਦੇ 'ਤੇ ਅੰਦੋਲਨ ਨਹੀਂ ਬਣਨਗੇ, ਉਨਾ ਚਿਰ ਸ਼ਾਇਦ ਸਰਕਾਰਾਂ ਵੀ ਇਸ ਪਾਸੇ ਵੱਲ ਧਿਆਨ ਨਹੀਂ ਦੇਣਗੇ। ਇਹ ਬਹੁਤ ਵੱਡਾ ਸਵਾਲ ਹੈ ਸਾਡੇ ਸਾਹਮਣੇ। ਜੀ ਹਮੀਰ ਜੀ, ਜਦੋਂ ਤੁਸੀਂ ਦੱਸ ਰਹੇ ਹੋ ਜਿਵੇਂ ਇਹੋ ਜਿਹੇ ਵੱਡੇ ਵੱਡੇ ਮਸਲੇ ਸਮਾਜ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ, ਪਰ ਸਾਡੀ ਸਿਆਸੀ ਪਾਰਟੀਆਂ ਇੱਕ ਦੂਜੇ ਦੂਸ਼ਣਬਾਜ਼ੀ ਕਰ ਰਹੀਆਂ ਨੇ ਜਾਂ ਮੁਫਤਖੋਰੀ ਦੀ ਸਿਆਸਤ ਕਰਨ ਲੱਗ ਰਹੀਆਂ ਨੇ, ਜਦ ਕਿ ਲੋੜ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਮੁੱਦਿਆਂ ਦੇ ਵਿਚਾਰ ਚਰਚਾ ਕਰਨ ਦੀ, ਉਹਨਾਂ ਨੂੰ ਅੱਗੇ ਲਿਆਉਣ ਦੀ, ਉਸ ਬਾਰੇ ਪਾਲਿਸੀਆਂ ਤਿਆਰ ਕਰਨ ਦੀ, ਉਹ ਕੋਈ ਵੀ ਕਰਨ ਨੂੰ ਤਿਆਰ ਨਹੀਂ ਹੈ। ਕੀ ਕਰਨਾ ਚਾਹੀਦਾ ਰਾਜਨੀਤਿਕ ਪਾਰਟੀਆਂ ਨੂੰ ਇਸ 'ਤੇ? ਅਸਲ 'ਚ ਮੈਨੂੰ ਤਾਂ ਲੱਗਦਾ ਸਾਡੀ ਰਾਜਨੀਤਿਕ ਪਾਰਟੀਆਂ ਦੇ ਪੱਲੇ ਹੈ ਹੀ ਨਹੀਂ ਕੁਛ ਇਹਨਾਂ ਦੇ। ਤਾਂ ਉਹ ਤਾਂ ਹਰ ਹੀਲੇ ਵੋਟ ਲੈਣਾ ਚਾਹੁੰਦੀਆਂ ਨੇ। ਕੋਈ ਕਹਿੰਦਾ ਮੈਂ 1000 ਰੁਪਇਆ, 2000 ਰੁਪਇਆ, 3000 ਰੁਪਇਆ। ਨੌਜਵਾਨਾਂ ਨੂੰ ਕਹਿੰਦੇ ਨੇ ਉੱਜੜ ਜੋ, ਕੋਈ ਨਹੀਂ, ਅਸੀਂ ਆਈਲੈਟਸ ਕਰਕੇ ਬਾਹਰ ਚਲੇ ਜਾਓ, ਜਿੱਥੇ ਵੀ ਮਰਜ਼ੀ ਚਲੇ ਜਾਓ, ਕਿਉਂਕਿ ਉਹਨਾਂ ਦੇ ਤਾਂ ਵਿਜ਼ਨ ਦਾ ਹੀ ਹਿੱਸਾ ਨਹੀਂ ਹੈ। ਇਸ ਗੱਲ 'ਤੇ ਤਾਂ ਮੈਨੂੰ ਨਹੀਂ ਲੱਗਦਾ, ਜਿਹੜੀਆਂ ਤਾਜ਼ੀਆਂ ਰਿਪੋਰਟਾਂ, ਜਦੋਂ ਚੋਣ ਚੱਲ ਰਹੀ ਹੁੰਦੀ ਹੈ ਨਾ ਕੋਈ, ਉਦੋਂ ਮਨੁੱਖ ਸਭ ਤੋਂ ਜ਼ਿਆਦਾ ਜਾਗਰੂਕ ਹੁੰਦਾ, ਉਦੋਂ ਲੀਡਰ ਵੀ ਜਾਗਰੂਕ ਹੁੰਦਾ। ਕਦੇ ਲੀਡਰ ਸਾਨੂੰ ਇਹ ਰੈਫਰੈਂਸ ਦਿੰਦਾ ਸੁਣੂਗਾ, ਇਹ ਹਵਾਲਾ ਦਿੰਦਾ ਸੁਣੂਗਾ ਵੀ ਦੇਖੋ ਯਾਰ ਆਹ ਰਿਪੋਰਟ ਆਈ ਹੈ, ਇਹਦੇ ਨਾਲ ਤਾਂ ਸਾਡਾ ਹਾਲਾਤ ਖਰਾਬ ਹੋ ਰਹੇ ਨੇ, ਆਪਾਂ ਇਹਦੇ 'ਤੇ ਆਹ ਕਹਿਣਾ ਚਾਹੁੰਦੇ ਹਾਂ। ਇੱਕ ਵੀ ਲੀਡਰ ਸਾਡੇ ਟੋਟਲ ਚੋਣ ਪ੍ਰਕਿਰਿਆ ਦਾ, ਜੀ, ਕਿਉਂਕਿ ਉਹ ਸਾਰੇ ਇੱਕ ਖਾਸ ਲਿਮਟਿਡ ਦਾਇਰੇ ਦੇ ਵਿੱਚ ਵਿਚਰ ਰਹੇ ਨੇ। ਦੁਨੀਆ 'ਚ ਕੀ ਵਾਪਰ ਰਿਹਾ, ਦੇਸ਼ 'ਚ ਕੀ ਵਾਪਰ ਰਿਹਾ, ਇਹਦੇ ਨਾਲ ਸਾਡਾ ਲਾਗਾ ਦੇਗਾ ਨਹੀਂ ਹੈ। ਅਸਲ ਦੇ ਵਿੱਚ ਅੱਜ ਕੱਲ੍ਹ ਅੰਤਰ ਨਿਰਭਰ ਦੁਨੀਆ ਹੈ। ਦੁਨੀਆ ਦੇ ਵਿੱਚ ਵਾਪਰ ਰਹੀ ਹਰ ਘਟਨਾ ਦਾ ਅਸਰ ਸਾਡੇ 'ਤੇ ਸਿੱਧਾ ਪੈਂਦਾ, ਸਾਡੇ ਚੁੱਲ੍ਹੇ 'ਤੇ ਪੈਂਦਾ। ਤੇਲ ਦੀ ਕੀਮਤ ਉੱਥੇ ਵੱਧ ਜਾਏ ਚਾਹੇ ਜਿੱਥੇ ਮਰਜ਼ੀ, ਅਤੇ ਸਾਡਾ ਚੁੱਲ੍ਹਾ ਪ੍ਰਭਾਵਿਤ ਸ਼ਾਮ ਨੂੰ ਹੋ ਜਾਂਦਾ ਉਸੇ ਸਾਰੇ ਮਾਮਲੇ ਦੇ ਉੱਤੇ। ਅਤੇ ਜੇ ਅਸੀਂ ਉਹ ਅੰਤਰ ਨਿਰਭਰ ਦੁਨੀਆ ਦੇ ਹਾਣ ਦੇ ਹੋ ਕੇ ਗੱਲ ਹੀ ਨਹੀਂ ਕਰਦੇ ਟੈਕਸ ਪ੍ਰਣਾਲੀ ਦੀ, ਵੈਸੇ ਤਾਂ ਸਾਡੇ GST ਆ ਗਈ ਕਿ ਹੁਣ ਸੂਬਿਆਂ ਕੋਲ ਤਾਂ ਟੈਕਸ ਲਾਉਣ ਦਾ ਰਾਈਟ ਹੀ ਨਹੀਂ, ਅਸੀਂ ਤਾਂ ਇਹੀ ਹੈ ਵੀ ਇੱਧਰੋਂ ਬਚਾ ਲਓ ਮੜ ਜਾ, ਇੱਧਰੋਂ ਬਚਾ ਲਓ ਤਾਂ ਅਸੀਂ ਕਰ ਪਾਵਾਂਗੇ। ਪਰ ਇਹਦੇ 'ਤੇ ਖੁੱਲ੍ਹ ਕੇ ਡਿਬੇਟ ਤਾਂ ਹੋਣੀ ਚਾਹੀਦੀ ਹੈ ਨਾ, ਕਿ ਸੂਬਿਆਂ ਦੇ ਵਿੱਚੋਂ ਹੀ ਲੋਕ ਪਾਰਲੀਮੈਂਟ 'ਚ ਜਾਂਦੇ ਨੇ, ਬਾਕੀ ਜਗ੍ਹਾ ਵੀ ਜਾਂਦੇ ਨੇ, ਕਿ ਇਹ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਸਾਡਾ ਜਿਹੜਾ ਸਿਆਸਤ ਦਾ ਦਾਇਰਾ ਹੈ, ਜਿੰਨਾ ਚਿਰ ਉਹ ਵਿਚਾਰਕ ਤੌਰ 'ਤੇ, ਬੌਧਿਕ ਤੌਰ 'ਤੇ ਔਰ ਆਰਥਿਕ ਇਸ਼ੂਜ਼ ਦੇ ਉੱਤੇ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਨੇ, ਇਹਨਾਂ 'ਤੇ ਡਿਬੇਟ 'ਚ ਨਹੀਂ ਪੈਂਦਾ, ਇਹਨਾਂ 'ਤੇ ਸੰਵਾਦ 'ਚ ਨਹੀਂ ਪੈਂਦਾ। ਔਰ ਮੈਨੂੰ ਲੱਗਦਾ ਇਹ ਸੰਵਾਦ ਵੱਲ ਲੋਕਾਂ ਨੂੰ ਤੋਰਨਾ ਚਾਹੀਦਾ। ਇਹੋ ਜਿਹੀਆਂ ਸੰਸਥਾਵਾਂ ਬਿਲਡ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਆਗੂਆਂ ਦੇ ਸਾਹਮਣੇ ਏਜੰਡਾ ਰੱਖੇ, ਉਹਦੇ 'ਤੇ ਕਹਿਣ ਇਹਦੇ 'ਤੇ ਬੋਲੋ ਆ ਕੇ, ਬਿਲਕੁਲ ਸਾਂਝੇ ਤੌਰ 'ਤੇ ਬੋਲਣਾ ਸਿੱਖਣ ਆਉਣ। ਅਤੇ ਉਹਦੇ ਲਈ ਸਾਡੇ ਸਿਆਸਤਦਾਨ ਨੂੰ ਵੀ ਟ੍ਰੇਨਡ ਹੋਣ ਦੀ ਲੋੜ ਹੈ, ਉਹਦੇ 'ਤੇ ਲਈ ਸਾਡੇ ਬਾਕੀ ਦੇ ਲੋਕਾਂ ਨੂੰ ਵੀ ਟ੍ਰੇਨਡ ਹੋਣ ਦੀ ਲੋੜ ਹੈ। ਔਰ ਇਹ ਮੀਡੀਆ ਦੀ ਵੀ ਮੇਰਾ ਖਿਆਲ ਹੈ ਜ਼ਿੰਮੇਵਾਰੀ ਹੈ ਕਿ ਇਹੋ ਜਿਹੇ ਮੁੱਦਿਆਂ 'ਤੇ ਕਦੇ ਮੁੱਦਾ ਰੱਖ ਕੇ, ਔਰ ਮੈਨੂੰ ਨਹੀਂ ਲੱਗਦਾ ਕਿੰਨੇ ਲੋਕ ਉਹਨਾਂ ਨੂੰ ਮਿਲਣਗੇ। ਅੱਜ ਕੋਈ TV ਚੈਨਲ ਇਹ ਮੁੱਦਾ ਰੱਖਦੇ ਪੰਜਾਬ ਦਾ ਕਿ ਜੀ ਆਕਸਫਾਰਮ ਦੀ ਰਿਪੋਰਟ ਦਾ ਪੰਜਾਬ ਨਾਲ ਸੰਬੰਧ ਕੀ ਹੈ, ਗੈਰ ਬਰਾਬਰੀ ਇੰਨੀ ਹੋ ਗਈ, ਪੰਜਾਬ 'ਚੋਂ ਕਿੰਨੇ ਬੰਦੇ ਇਹਦੇ 'ਤੇ ਬੋਲਣ ਵਾਲੇ ਮਿਲਣਗੇ, ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਕਿੰਨੇ ਬੰਦੇ 'ਤੇ ਗੱਲ ਕਰਨ ਵਾਲੇ ਮਿਲਣਗੇ। ਇਹਦੇ 'ਤੇ ਵੀ ਰਿਜ਼ਰਵੇਸ਼ਨ ਹੈ ਮੇਰੀ ਤਾਂ, ਕਿ ਇਹਦੇ 'ਤੇ ਕਿੰਨੇ ਕੀ ਕਰ ਸਕਦੇ ਨੇ, ਕਿੰਨੇ ਨਹੀਂ ਕੀ ਕਰ ਸਕਦੇ। ਔਰ ਇਸ ਕਰਕੇ ਪਰ ਇੱਧਰ ਨੂੰ ਸਾਨੂੰ ਤੋਰਨਾ ਪਏਗਾ, ਅੱਜ ਨਹੀਂ ਤਾਂ ਕੱਲ੍ਹ, ਜਦੋਂ ਵੀ ਦੁਨੀਆ ਦੇ ਵਿੱਚ ਗ੍ਰੀਨ ਪਾਰਟੀਆਂ ਬਣ ਗਈਆਂ, ਇਕੱਲੇ ਇਨਵਾਇਰਨਮੈਂਟ ਦੇ ਇਸ਼ੂ 'ਤੇ ਬਣ ਗਈਆਂ, ਦੁਨੀਆ 'ਤੇ ਵੱਖ-ਵੱਖ ਮੁੱਦਿਆਂ 'ਤੇ ਪਾਰਟੀਆਂ ਬਣ ਰਹੀਆਂ ਨੇ, ਜਿਹੜੀਆਂ ਪਾਰਟੀਆਂ ਇਹ ਗੱਲ ਕਰਦੀਆਂ ਨੇ ਵੱਡੇ ਇਕੱਲੇ ਮੁੱਦੇ ਦੀ ਜਾ ਕੇ ਲੋਕਾਂ ਦੇ ਵਿੱਚ, ਉਹ ਇਕੱਲੀ ਜਿੱਤਣ ਹਾਰਨ ਦਾ ਨਹੀਂ, ਉਹਨਾਂ ਮੁੱਦਿਆਂ ਨੂੰ ਖੜੇ ਕਰਨ ਦੇ ਲਈ ਗੱਲ ਕਰਦੀਆਂ ਨੇ ਕਿ ਆਹ ਇੱਕ ਬਹੁਤ ਵੱਡਾ ਮੁੱਦਾ ਹੈ, ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਦੇ ਵਾਸਤੇ, ਧਿਆਨ ਖਿੱਚਣ ਦੇ ਵਾਸਤੇ। ਸਾਡੀ ਸਿਆਸਤ ਨੂੰ ਵੀ ਘੱਟੋ ਘੱਟ ਉਹਨਾਂ ਜਿਹੜੇ ਮਹੱਤਵਪੂਰਨ ਮੁੱਦੇ ਨੇ, ਮਾਨਵੀ ਸਰੋਕਾਰ ਵਾਲੇ ਮੁੱਦੇ ਨੇ, ਲੋਕਾਂ ਨਾਲ ਜੁੜੇ ਮੁੱਦੇ ਨੇ, ਉਹਨਾਂ ਦੇ ਇਰਦ ਗਿਰਦ ਇੱਕ ਸੰਵਾਦ ਰਚਾਉਣਾ ਪਏਗਾ। ਨਹੀਂ ਤਾਂ ਜਿਹੜੇ ਢਰਰੇ ਅੱਜ ਕੱਲ੍ਹ ਪੋਲੀਟਿਕਸ ਜਿਸ ਤਰੀਕੇ ਦੀ ਚੱਲ ਰਹੀ ਹੈ, ਇਹਨੇ ਪੰਜਾਬ ਨੂੰ ਖੂਬਸੂਰਤ ਜਾਂ ਪੰਜਾਬ ਦਾ ਭਵਿੱਖ ਨਹੀਂ ਬਣਾਉਣਾ। ਫਿਰ ਤਾਂ ਉਹ ਸੱਤਾ 'ਤੇ ਕਬਜ਼ੇ ਵਾਲੀ ਚੀਜ਼ ਤਾਂ ਹੋ ਸਕਦੀ ਹੈ, ਇਦੋਂ ਬਿਨਾਂ ਵੱਧ ਨਹੀਂ ਕੁਝ ਹੋ ਸਕਣਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।